ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ। ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ। ਜਿਸ ਸੁਣ ਰਹੇ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ, ਤੇ ਸਬਸਕ੍ਰਾਈਬ ਚੈਨਲ ਕਰ ਲਓ ਹਰ ਰੋਜ਼ ਖਬਰਾਂ ਸੁਣਨ ਦੇ ਲਈ। ਹਰ ਰੋਜ਼ 7 ਵਜੇ ਖਬਰਾਂ ਆਉਂਦੀਆਂ ਨੇ। ਅੱਜ ਦੀਆਂ ਖਬਰਾਂ ਦੇ ਵਿੱਚ ਗੱਲ ਕਰਾਂਗੇ ਕਿਸ ਹਿਸਾਬ ਦੇ ਨਾਲ ਇਲੈਕਟ੍ਰੋਨਿਕ ਸਾਈਕਲ ਰੱਖਣ ਵਾਲੇ ਨੂੰ ਹੋਇਆ ਜੁਰਮਾਨਾ 5800 ਦਾ ਯੂਰੋ ਦਾ। ਪਰ ਸਾਵਧਾਨ ਹੋ ਜਾਓ, ਜੁਰਮਾਨੇ 5000 ਤੋਂ 8000 ਯੂਰੋ ਤੱਕ ਹੋ ਸਕਦਾ ਜੇਕਰ ਤੁਹਾਡੇ ਕੋਲ ਬਿਜਲੀ ਵਾਲਾ ਸਾਈਕਲ ਹੈ, ਇਲੈਕਟ੍ਰੋਨਿਕ ਸਾਈਕਲ ਆ। ਕਿਸ ਹਿਸਾਬ ਦੇ ਨਾਲ ਹੁੰਦੇ ਨੇ, ਖਬਰਾਂ ਨੂੰ ਐਂਡ ਤੱਕ ਜ਼ਰੂਰ ਸੁਣੇ। ਅਤੇ ਹੋਰ ਵੀ ਬਹੁਤ ਸਾਰੇ ਅਪਡੇਟ ਨੇ। ਇਮੀਗ੍ਰੇਸ਼ਨ ਦਾ ਅਪਡੇਟ ਹੈ। ਲਤੀਨਾ ਬਾਰੇ ਬਹੁਤ ਪੁੱਛਿਆ ਜਾ ਰਿਹਾ ਕਿ ਲਤੀਨਾ ਬਾਰੇ ਕੋਈ ਵੀ ਨਹੀਂ ਦੱਸ ਰਿਹਾ, ਤਾਂ ਲਤੀਨਾ ਬਾਰੇ ਵੀ YouTube 'ਤੇ ਇਮੀਗ੍ਰੇਸ਼ਨ ਦਾ ਅਪਡੇਟ ਦੱਸਾਂਗੇ। ਬਹੁਤ ਸਾਰੀਆਂ ਅਪਡੇਟਾਂ ਨੇ, ਬਹੁਤ ਸਾਰੇ ਅਪਡੇਟ ਆ ਜਿਨ੍ਹਾਂ ਬਾਰੇ ਗੱਲ ਕਰਾਂਗੇ। ਪਰ ਉਹ ਸਭ ਦੇਖਣ ਤੋਂ ਪਹਿਲਾਂ ਦੇਖਦੇ ਹਾਂ ਇਟਲੀ ਦੇ ਵਿੱਚ ਅੱਜ ਸਾਨੂੰ ਸਿਚੁਏਸ਼ਨ ਕੀ ਕਹਿ ਰਹੀ ਹੈ। ਅੱਜ 10 ਮਾਰਚ ਜੀ ਇਟਲੀ ਦੇ ਵਿੱਚ ਆਏ ਨੇ 22,409 ਨਵਾਂ ਕੇਸ, 13,752 ਮਰੀਜ਼ ਹੋਇਆ ਠੀਕ ਹੈ, ਅਤੇ 332 ਮਰੀਜ਼ਾਂ ਦੀ ਹੋਈ ਮੌਤ। ਜੇ ਗੱਲ ਕੀਤੀ ਜਾਵੇ ਟੈਸਟਾਂ ਦੀ ਤਾਂ ਟੋਟਲ 3,61,040 ਟੈਸਟ ਕੀਤਾ ਗਿਆ। ਕੱਲ੍ਹ ਦੇ ਨਾਲੋਂ 15,700 ਟੈਸਟ ਵੱਧ ਕੀਤੇ ਗਏ। ਅੱਜ ਜਿਹੜਾ ਤਾਸੋ ਦੀ ਪੋਜ਼ੀਟਿਵਿਟੀ 6.2 ਆ, ਕੱਲ੍ਹ 5.7 ਸੀ। ਕਹਿਣ ਦਾ ਭਾਵ ਹੈ ਜੀ ਹਰ 1000 ਟੈਸਟ ਪਿੱਛੇ 62 ਬੰਦੇ ਪੋਜ਼ੀਟਿਵ ਨਿਕਲ ਰਹੇ ਸੀ ਅੱਜ। ਅਤੇ ਮਰਨ ਵਾਲਿਆਂ ਦੀ ਜੇ ਗਿਣਤੀ ਦੇਖੀਏ ਤਾਂ ਅੱਜ 332 ਮਰੀਜ਼ਾਂ ਦੀ ਮੌਤ ਹੋਈ ਹੈ, ਅਤੇ ਕੱਲ੍ਹ 376 ਮਰੀਜ਼ਾਂ ਦੀ ਮੌਤ ਹੋਈ ਹੈ ਜੀ। ਇਟਲੀ ਦੇ ਵਿੱਚ ਜਿਹੜੀਆਂ ਐਮਰਜੈਂਸੀ ਵਾਰਡਾਂ ਦੀਆਂ ਸਿਚੁਏਸ਼ਨਾਂ ਨੇ ਇਹ ਵੀ ਬਹੁਤ ਹੀ ਜ਼ਿਆਦਾ ਨਾਜ਼ੁਕ ਨੇ, ਕਿਉਂਕਿ ਪੂਰੀ ਇਟਲੀ ਦੇ ਵਿੱਚ ਜੇ ਅਸੀਂ ਦੇਖੀਏ ਅੱਜ ਦੀਆਂ ਖਬਰਾਂ ਦੇ ਵਿੱਚ ਦੇਖਾਂਗੇ ਵੀ ਇਹ ਜਿਹੜੀਆਂ ਕਿੰਨੇ % ਤੱਕ ਯੂਜ਼ ਕੀਤੀਆਂ ਗਈਆਂ ਨੇ ਐਮਰਜੈਂਸੀ ਜਿਹੜੇ ਵਾਰਡ ਨੇ। ਪਰ ਵੱਧਦੇ ਹਾਂ ਜੀ ਆਪਣੀਆਂ ਖਾਸ ਖਬਰਾਂ ਵੱਲ। ਅਤੇ ਸਭ ਤੋਂ ਪਹਿਲਾਂ ਇਹੀ ਦੇਖਦੇ ਹਾਂ ਜੀ ਕਿ ਸਭ ਤੋਂ ਵੱਧ ਜਿਹੜੀ ਐਮਰਜੈਂਸੀ ਵਾਰਡ ਕਿੱਥੇ ਯੂਜ਼ ਕੀਤੇ ਗਏ। ਸਭ ਤੋਂ ਵੱਧ ਜਿਹੜੇ ਐਮਰਜੈਂਸੀ ਵਾਰਡ ਜੀ ਯੂਜ਼ ਕੀਤੇ ਗਏ ਨੇ ਮੋਲੀਜ਼ੇ ਦੇ ਵਿੱਚ, ਜਿੱਥੇ ਜਿੰਨੇ ਉਹਨਾਂ ਦੇ ਕੋਲ ਸੀਟਾਂ ਨੇ ਉਹਨਾਂ ਦੇ ਵਿੱਚ 67% ਯੂਜ਼ ਕਰ ਲਏ ਗਏ। ਉਮਰੀਆ ਦੇ ਵਿੱਚ 57% ਤੱਕ ਦੇ ਜਿਹੜੇ ਸੀਟਾਂ ਨੇ, ਬੈੱਡ ਨੇ, ਸਾਰੇ ਕਵਰ ਕਰ ਲਏ ਗਏ ਨੇ। ਤਰੇਂਤੋ ਦੇ ਵਿੱਚ 54, ਮਾਰਕੇ ਵਿੱਚ 44, ਲੋਂਬਰਦੀਆ ਦੇ ਵਿੱਚ ਵੀ 43% ਤੱਕ ਦੀਆਂ ਜਿਹੜੇ ਬੈੱਡ ਨੇ ਸਾਰੇ ਬੁੱਕ ਹੋ ਗਏ। ਬਰੂਤਸੋ ਦੇ ਵਿੱਚ ਵੀ 41, ਇਮੀਲੀਆ ਰੋਮਾਨੀਆ ਦੇ ਵਿੱਚ 40 ਆ, ਬੋਲਸਾਨੋ ਦੇ ਵਿੱਚ 39%, ਅਤੇ ਤੋਸਕਾਨਾ ਪੀਮੋਂਤੇ ਦੇ ਵਿੱਚ 36%, ਅਤੇ ਫ੍ਰੀਲੀ ਵੈਨੇਜ਼ੀਆ ਜੂਲੀਆ ਦੇ ਵਿੱਚ 34% ਤੱਕ ਜਿਹੜੇ ਬੁੱਕ ਕਰ ਲਏ ਗਏ ਆ ਜੀ ਸੀਟਾਂ ਜਿਹੜੀਆਂ ਹੌਸਪੀਟਲਾਂ ਦੇ ਵਿੱਚ। ਕਹਿਣ ਦਾ ਭਾਵ ਇਹ ਬਣ ਰਿਹਾ ਜੀ ਕਿ ਹੌਸਪੀਟਲਾਂ ਦੇ ਵਿੱਚ ਜਗ੍ਹਾ ਹੁਣ ਮਿਲਣੀ ਥੋੜ੍ਹੀ ਮੁਸ਼ਕਿਲ ਹੋ ਸਕਦੀ ਹੈ, ਕਿਉਂਕਿ ਬਹੁਤ ਹੀ ਜ਼ਿਆਦਾ ਵੱਧ ਮਾਤਰਾ ਦੇ ਵਿੱਚ ਹੌਸਪੀਟਲਾਂ ਦੇ ਵਿੱਚ ਲੋਕ ਆਲਰੇਡੀ ਐਡਮਿਟ ਨੇ। ਵੱਧਦੇ ਹਾਂ ਜੀ ਵੈਕਸੀਨ ਦੀ ਖਬਰ। ਵੈਕਸੀਨ ਦੀ ਜੇ ਅਸੀਂ ਗੱਲ ਕਰੀ ਤਾਂ ਵੈਕਸੀਨ ਦੇ ਨਾਲ ਬਹੁਤ ਹੀ ਜ਼ਿਆਦਾ ਇਫੈਕਟੀ ਕੋਲੈਟਰਲ ਕਿਆ ਹੁੰਦੇ ਆ ਵੀ ਉਹਨਾਂ ਨੂੰ ਵੈਕਸੀਨ ਲੱਗਣ ਤੋਂ ਬਾਅਦ ਕਿਹੜੇ ਪ੍ਰੋਬਲਮਾਂ ਜ਼ਿਆਦਾ ਦੇਖਣ ਨੂੰ ਮਿਲਦੀਆਂ ਨੇ ਲੋਕਾਂ ਦੇ ਵਿੱਚ। ਸਭ ਤੋਂ ਵੱਧ ਜਿਹੜੇ ਇਫੈਕਟੀ ਕੋਲੈਟਰਲ ਦੇਖਣ ਨੂੰ ਮਿਲ ਰਹੇ ਆ ਜੀ ਉਸੇ ਦਿਨ ਜਿੱਦਣ ਵੈਕਸੀਨ ਲੱਗਦੀ ਹੈ ਤਕਰੀਬਨ 93% ਬੰਦਿਆਂ ਨੂੰ। ਉਹ ਇਹ ਹੈ ਜੀ ਕਿ ਬੰਦਿਆਂ ਨੂੰ ਬੁਖਾਰ ਚੜ੍ਹ ਜਾਂਦਾ, ਬੰਦਿਆਂ ਦਾ ਸਿਰ ਦਰਦ ਹੋਣ ਲੱਗ ਪੈਂਦਾ, ਸਰੀਰ ਦੇ ਵਿੱਚ ਦਰਦ ਹੁੰਦੀ ਆ, ਮਸਲਸ ਜਿਹੜੇ ਗੋਡੇ ਦੁਖਣ ਲੱਗ ਪੈਂਦੇ ਆ, ਜਾਂ ਫਿਰ ਜਿਸ ਜਗ੍ਹਾ 'ਤੇ ਟੀਕਾ ਲੱਗਾ ਉਸ ਜਗ੍ਹਾ 'ਤੇ ਜਾਣੀ ਟੀਕਾ ਵੈਕਸੀਨ ਲੱਗੀ ਆ ਉਹ ਜਗ੍ਹਾ ਬਹੁਤ ਦੁਖਦੀ ਆ। ਉਸ ਤੋਂ ਬਾਅਦ ਬੰਦੇ ਨੂੰ ਬਰੀਵੀ ਆਉਂਦੇ ਆ, ਬੰਦੇ ਨੂੰ ਕਾਂਬਾ ਛਿੜ ਜਾਂਦਾ, ਜਾਂ ਫਿਰ ਬੰਦੇ ਨੂੰ ਚੱਕਰ ਆਉਣ ਲੱਗ ਜਾਂਦੇ। ਇਹ ਉਹ ਨੇ ਜਦੋਂ ਤੁਸੀਂ ਕੋਈ ਬੰਦਾ ਵੈਕਸੀਨ ਲਵਾਉਂਦਾ, ਇਹ ਨੋਰਮਲ ਜਿਹੜੇ ਸਿੰਪਟਮਾਂ ਬੰਦੇ ਨੂੰ ਉਸ ਹੀ ਦਿਨ ਆ ਸਕਦੇ ਆ। ਅਤੇ ਉਸ ਤੋਂ ਬਾਅਦ ਇਟਲੀ ਦੀ ਸਰਕਾਰ ਨੇ 18 ਮਾਰਚ ਨੂੰ ਜੋਰਨਾਤਾ ਨਜ਼ionale delle vittime Covid ਨੂੰ ਕੋਵਿਡ ਡਿਕਲੇਅਰ ਕਰ ਦਿੱਤਾ ਗਿਆ। ਕਹਿਣ ਦਾ ਮਤਲਬ 18 ਮਾਰਚ ਨੂੰ ਹਰ ਸਾਲ 18 ਮਾਰਚ ਇਟਲੀ ਦੇ ਵਿੱਚ ਕੋਵਿਡ ਦੇ ਕਾਰਨ ਜਿਹਨਾਂ ਬੰਦਿਆਂ ਦੀ ਮੌਤ ਹੋਈ ਆ ਜੀ ਉਹਨਾਂ ਦਾ ਸ਼ਾਂਤੀ ਦੇ ਲਈ ਇੱਕ ਮੌਨ ਰੱਖਿਆ ਜਾਊਗਾ ਜੀ। 18 ਮਾਰਚ ਇਹਨਾਂ ਦਾ ਦਿਨ ਰੱਖਿਆ ਗਿਆ ਜੀ। ਵੱਧਦੇ ਹਾਂ ਜੀ ਅਗਲੀਆਂ ਖਬਰਾਂ ਵੱਲ ਨੂੰ। ਲੋਂਬਰਦੀਆ ਦੇ ਵਿੱਚ 4,422 ਨਵਾਂ ਕੇਸ ਅਤੇ 70 ਮਰੀਜ਼ਾਂ ਦੀ ਮੌਤ ਹੋਈ ਹੈ ਜੀ। ਅਤੇ ਅੰਦਰਿਆ ਕ੍ਰਿਜ਼ਾਂਤੀ ਜੀ ਦਾ ਇੱਕ ਨਵਾਂ ਬਿਆਨ ਆਇਆ, ਕਹਿ ਰਹੇ ਨੇ ਬਹੁਤ ਸਾਰੇ ਇੱਦਾਂ ਦੇ ਵਾਰੀਐਂਟ ਨੇ ਜੋ ਕਿ ਟੈਸਟ ਆ ਜਿਹੜੀਆਂ ਇਸ ਟਾਈਮ ਕਿੱਟਾਂ ਚੱਲ ਰਹੀਆਂ ਉਹਨਾਂ ਦੇ ਵਿੱਚ ਹੀ ਨਹੀਂ ਆਉਂਦੇ, ਇਸ ਕਰਕੇ ਉਹਨਾਂ ਦਾ ਪਤਾ ਨਹੀਂ ਲੱਗਦਾ ਕਿ ਬੰਦੇ ਨੈਗੇਟਿਵ ਨੇ ਜਾਂ ਫਿਰ ਪੋਜ਼ੀਟਿਵ ਨੇ। ਇੰਗਲੈਂਡ ਤੋਂ ਨਵਾਂ ਅਪਡੇਟ ਆ ਰਿਹਾ ਜੀ, ਉੱਥੇ 5,926 ਨਵੇਂ ਕੇਸ ਆਏ ਨੇ। ਅਤੇ ਇੱਕ ਨਵੀਂ ਸਟੱਡੀ ਕੀਤੀ ਗਈ ਹੈ ਜੀ ਜਿਹੜਾ ਵਾਰੀਐਂਟ ਇੰਗਲੈਂਡ ਦਾ ਜਿਹੜਾ ਵਾਇਰਸ ਜਿਹਦਾ ਨਾਮ B117 ਦੱਸਿਆ ਜਾ ਰਿਹਾ ਕਿ ਬਾਕੀ ਜਿੰਨੇ ਵੀ ਵਾਇਰਸ ਘੁੰਮ ਰਹੇ ਸਭ ਤੋਂ ਖਤਰਨਾਕ ਇਹੀ ਹੈ ਜੀ। ਇਹਦੇ ਤੋਂ ਬਚਣ ਦੀ ਲੋੜ ਆ। ਪੀਮੋਂਤੇ ਦੇ ਵਿੱਚ ਨਵਾਂ ਕੇਸ 2086 ਹੈ, ਅਤੇ 29 ਬੰਦਿਆਂ ਦੀ ਮੌਤ ਹੋਈ ਹੈ। ਅਤੇ ਉੱਧਰ ਹੀ ਸਰਕਾਰ ਜਿਹੜੇ ਡਾਕਟਰ ਆ ਸਾਰੇ ਕਹਿ ਰਹੇ ਕਿ ਪੀਮੋਂਤੇ ਦੇ ਵਿੱਚ
ਰੈੱਡ ਜ਼ੋਨ ਲਾਉਣ ਦੀ ਲੋੜ ਆ ਜੀ। ਪੇਮੋਂਤੇ ਦੇ ਵਿੱਚ ਰੈੱਡ ਜ਼ੋਨ ਲੱਗਣਾ ਚਾਹੀਦਾ, ਲੋਕਡਾਊਨ ਲੱਗਣਾ ਚਾਹੀਦਾ ਆ, ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ। ਉੱਧਰ ਹੀ 27 ਮਾਰਚ ਤੋਂ ਪਹਿਲਾਂ ਗੱਲਬਾਤ ਕੀਤੀ ਜਾ ਰਹੀ ਹੈ ਕਿ ਸਿਨੇਮਾ ਘਰ ਤੇ ਜਿਹੜੇ ਖੁੱਲ੍ਹ ਜਾਣੇ ਆ, ਪਰ ਹੁਣ ਇਸ ਤਰ੍ਹਾਂ ਜੋ ਗੱਲ ਸਾਹਮਣੇ ਆ ਰਹੀ ਹੈ ਕਿ 27 ਮਾਰਚ ਨੂੰ ਵੀ ਸ਼ਾਇਦ ਸਿਨੇਮੇ ਨਹੀਂ ਖੁੱਲ੍ਹਣਗੇ। ਲਾਸਟ ਦੇ ਵਿੱਚ 1654 ਨਵੇਂ ਕੇਸ ਅਤੇ 22 ਮਰੀਜ਼ਾਂ ਦੀ ਮੌਤ ਹੋਈ ਆ। ਅਤੇ ਕੰਪਾਨੀਆਂ ਦੀ ਜੇ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਵੀ 3034 ਨਵੇਂ ਕੇਸ ਅਤੇ 26 ਮਰੀਜ਼ਾਂ ਦੀ ਮੌਤ ਹੋਈ ਹੈ ਜੀ। ਸਰਦੇਨੀਆ ਵਾਈਟ ਜ਼ੋਨ ਡਿਕਲੇਅਰ, ਜਿਹਦੇ ਵਿੱਚ 65 ਨਵੇਂ ਕੇਸ ਆਏ ਨੇ। ਫ੍ਰੀਲੀ ਵੈਨੇਜ਼ੁਏਲਾ ਜੂਲੀਆ ਦੀ ਜੇ ਗੱਲ ਕੀਤੀ ਜਾਵੇ ਤਾਂ 866 ਨਵੇਂ ਕੇਸ ਅਤੇ 11 ਮਰੀਜ਼ਾਂ ਦੀ ਮੌਤ। ਵਾਲੇ ਦੋਸਤਾਂ ਦੇ ਵਿੱਚ 20 ਨਵੇਂ ਕੇਸ ਆਏ ਨੇ ਅਤੇ ਕਿਸੇ ਵੀ ਬੰਦੇ ਦੀ ਮੌਤ ਰਜਿਸਟਰ ਨਹੀਂ ਹੋਈ। ਏਮੀਲੀਆ ਰੋਮਾਨੀਆ ਦੇ ਵਿੱਚ 2155 ਨਵੇਂ ਕੇਸ ਦਰਜ ਹੋਏ ਨੇ। ਵੱਧਦੇ ਹਾਂ ਜੀ ਅਮਰੀਕਾ ਵੱਲ। ਅਮਰੀਕਾ ਤੋਂ ਬਾਅਦ ਫਿਰ ਮੁੜ ਕੇ ਇਟਲੀ ਦੇ ਵਿੱਚ ਆਵਾਂਗੇ। ਅਮਰੀਕਾ ਦੇ ਵਿੱਚ ਇੱਕ ਵਾਰ ਫਿਰ ਗਿਣਤੀ ਵਧੀ ਹੈ ਜੀ। ਇੱਕ ਦਿਨ ਤੋਂ ਪਹਿਲਾਂ ਪਰਸੋਂ ਉੱਥੇ 44,700 ਨਵਾਂ ਕੇਸ ਆਇਆ ਸੀ ਅਤੇ ਕੱਲ੍ਹ ਜਿਹੜੀ ਗਿਣਤੀ ਆਈ ਜੀ 55,900 ਕੇਸ ਲਾਸਟਲੇ 24 ਘੰਟਿਆਂ ਦੇ ਵਿੱਚ ਆਇਆ ਅਤੇ 1900 ਮਰੀਜ਼ਾਂ ਦੀ ਮੌਤ ਹੋਈ ਹੈ। ਅਤੇ ਅਮਰੀਕਾ ਦੇ ਵਿੱਚ ਹੀ ਇੱਕ ਨਵੀਂ ਸਟੱਡੀ ਕੀਤੀ ਗਈ ਹੈ ਕਿ ਵੈਕਸੀਨ ਲੱਗਣ ਤੋਂ ਬਾਅਦ ਜਿਹੜੇ ਬੰਦੇ ਜਿਨ੍ਹਾਂ ਦੇ ਵੈਕਸੀਨ ਲੱਗ ਗਈ, ਤਕਰੀਬਨ ਪੂਰੇ ਅਮਰੀਕਾ ਦੇ 10% ਬੰਦਿਆਂ ਨੂੰ ਵੈਕਸੀਨ ਲੱਗ ਚੁੱਕੀ ਹੈ। ਅਤੇ ਉਹ ਕਹਿ ਰਹੇ ਨੇ ਕਿ ਜਿਨ੍ਹਾਂ ਦੇ ਵੈਕਸੀਨ ਲੱਗੀ ਆ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਸਕਦੇ, ਬਿਨਾਂ ਮਾਸਕ ਤੋਂ ਘੁੰਮ ਸਕਦੇ, ਉਹਨਾਂ ਨੂੰ ਕੋਈ ਚੱਕਰ ਨਹੀਂ। ਪਰ ਸ਼ਰਤ ਇਹ ਆ ਵੀ ਘਰ ਦੇ ਵਿੱਚ ਕੋਈ ਸਿਆਣਾ ਬੰਦਾ ਨਾ ਹੋਵੇ, ਤਾਂ ਇਸ ਕਰਕੇ ਜ਼ਿਆਦਾ ਰਿਸਕ ਨਹੀਂ ਲੈ ਸਕਦੇ। ਵੈਕਸੀਨ ਜਿਹੜੇ ਬੰਦੇ ਆਪਸ ਵਿੱਚ ਵੈਕਸੀਨ ਲੱਗ ਗਈ ਉਹ ਬਿਨਾਂ ਮਾਸਕ ਤੋਂ ਘੁੰਮ ਫਿਰ ਸਕਦੇ ਆ, ਬਿਨਾਂ ਮਾਸਕ ਬਿਨਾਂ ਤੋਂ ਉਹ ਇੱਕ ਦੂਜੇ ਨੂੰ ਮਿਲ ਸਕਦੇ, ਘਰਾਂ ਦੇ ਵਿੱਚ ਆ ਜਾ ਸਕਦੇ ਆ ਜੀ। ਅਮਰੀਕਾ ਦੇ ਵਿੱਚ ਨਵੇਂ ਬਣਾਏ ਗਏ ਨੇ, ਕਹਿਣ ਦਾ ਭਾਵ ਆ ਜੀ ਨਵੀਆਂ ਗਾਈਡਲਾਈਨ ਤਿਆਰ ਕੀਤੀਆਂ ਗਈਆਂ ਨੇ। ਪਰ ਇੱਕ ਇਸ ਟਾਈਮ ਇਹ ਗੱਲ ਆ ਕਿ ਜਿਸ ਬੰਦੇ 'ਤੇ ਵੈਕਸੀਨ ਨਹੀਂ ਲੱਗੀ ਉਹਦੇ ਨਾਲ ਕੀ ਇਫੈਕਟ ਪੈਂਦਾ, ਇਸ ਬਾਰੇ ਫਿਲਹਾਲ ਕੁਛ ਵੀ ਸਟੱਡੀ ਨਹੀਂ ਕੀਤੀ ਗਈ ਅਤੇ ਇਹਦੇ ਬਾਰੇ ਦੱਸਣਾ ਕੁਛ ਮੁਸ਼ਕਿਲ ਆ ਜੀ। ਵਾਪਸ ਆਉਂਦੇ ਜੀ ਇੱਕ ਵਾਰ ਫਿਰ ਕੋਵਿਡ ਦੇ ਉੱਤੇ ਹੀ ਇੱਕ ਨਵੇਂ ਪ੍ਰਕਾਰ ਦੀ ਰਿਸਰਚ ਕੀਤੀ ਗਈ ਹੈ, ਜਿਹਦੇ ਵਿੱਚ ਤੁਸੀਂ ਬਹੁਤ ਵਾਰ ਸੁਣਿਆ ਹੋਣਾ ਇਟਲੀ ਦੇ ਵਿੱਚ ਡਿਸਕੋਟੇਕੇ ਦੇ ਵਿੱਚ ਭੰਗੜੇ ਪੈ ਰਹੇ ਹੁੰਦੇ, ਪੈਗ ਲੱਗ ਰਹੇ ਹੁੰਦੇ ਆ, ਡੀਜੇ ਚੱਲ ਰਿਹਾ ਹੁੰਦਾ ਅਤੇ ਉਹਨਾਂ ਨੂੰ ਫਿਰ ਸਾਰਿਆਂ ਨੂੰ 400 ਯੂਰੋ ਦਾ ਜੁਰਮਾਨਾ ਕੀਤਾ ਜਾਂਦਾ। ਪਰ ਆਮਸਟਰਡਮ ਦੇ ਵਿੱਚ ਕੁਛ ਨਵਾਂ ਹੀ ਦੇਖਣ ਨੂੰ ਮਿਲਿਆ। ਕੀ ਮਿਲਿਆ ਜੀ? 1300 ਬੰਦਿਆਂ ਨੂੰ ਇੱਕ ਡੀਜੇ 1300 ਬੰਦਿਆਂ ਨੂੰ ਇੱਕ ਜਗ੍ਹਾ 'ਤੇ ਇਕੱਠਾ ਕੀਤਾ ਗਿਆ। ਉਹਨਾਂ ਦੇ ਕੰਨਾਂ ਨੂੰ ਭੰਗੜਾ ਪਾਉਣ ਦੇ ਲਈ ਡੀਜੇ ਵਾਲਾ ਜਿਹੜਾ ਸਿਸਟਮ ਲਾਇਆ ਗਿਆ ਅਤੇ ਉਹਨਾਂ ਨੂੰ ਕਿਹਾ ਨੱਚੋ ਟੱਪੋ, ਨੱਚੋ ਸਾਰੀ ਰਾਤ ਜਿੰਨਾ ਚਿਰ ਨੱਚ ਸਕਦੇ ਆ। ਸਾਰਿਆਂ ਦੇ ਐਂਟਰ ਹੋਣ ਵੇਲੇ ਟੈਸਟ ਕੀਤੇ ਗਏ ਅਤੇ ਸਾਰੇ ਦੇ ਸਾਰੇ ਨੈਗੇਟਿਵ ਸੀਗੇ। ਉਹਨਾਂ ਨੂੰ ਸਾਰੀ ਰਾਤ ਭੰਗੜਾ ਪਾਉਣ ਨੂੰ ਕਿਹਾ, ਨੱਚਣ ਨੂੰ ਕਿਹਾ, ਕਹਿੰਦੇ ਫਿਰ ਇੰਜੋਏ ਕਰੋ। 5 ਦਿਨਾਂ ਦੇ ਬਾਅਦ ਤੁਹਾਡਾ ਦੁਬਾਰਾ ਟੈਸਟ ਕੀਤਾ ਜਾਊਗਾ। ਉਹ ਇਹ ਇੱਕ ਨਵੀਂ ਰਿਸਰਚ ਕੀਤੀ ਆ ਕਿ ਇਹ ਸਾਰੇ ਨੈਗੇਟਿਵ ਬੰਦੇ ਜਦੋਂ ਇੱਕ ਜਗ੍ਹਾ 'ਤੇ ਇਕੱਠੇ ਹੋ ਕੇ ਨੱਚਦੇ ਆ, ਟੱਪਦੇ ਆ, ਸਾਰੀ ਰਾਤ ਇੱਦਾਂ ਇੰਜੋਏ ਕਰਦੇ ਆ ਕਿ 5 ਦਿਨਾਂ ਬਾਅਦ ਇਹਨਾਂ ਦੇ ਵਿੱਚੋਂ ਕੋਈ ਪੋਜ਼ੀਟਿਵ ਨਿਕਲਦਾ। ਇਹ ਸਭ ਜਿਹੜੀਆਂ ਰਿਸਰਚਾਂ ਆ ਕੀਤੀਆਂ ਜਾ ਰਹੀਆਂ ਨੇ। ਕਿਉਂ? ਇਸ ਕਰਕੇ ਕੀਤੀਆਂ ਜਾ ਰਹੀਆਂ ਤਾਂ ਜੋ ਜਿਹੜੇ ਡਿਸਕੋਟੇਕੇ ਆ ਬੰਦ ਕੀਤੇ ਆ, ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਜੇਕਰ ਇਹ ਐਕਸਪੈਰੀਮੈਂਟ ਕਾਮਯਾਬ ਹੋ ਜਾਂਦਾ ਤਾਂ ਫਿਰ ਜਿਹੜੇ ਬੰਦੇ ਨੈਗੇਟਿਵ ਆ ਤਾਂ ਫਿਰ ਉਹ ਜਾ ਕੇ ਨੱਚ ਟੱਪ ਸਕਦੇ ਆ ਜੀ। ਵਧਦੇ ਹਾਂ ਜੀ ਅਗਲੀ ਖਬਰ ਵੱਲ, ਜੋ ਕਿ ਸ਼ਾਇਦ ਤੁਸੀਂ ਸਾਰੇ ਉਡੀਕ ਰਹੇ ਹੋਵੋਗੇ। ਲਤੀਨਾ ਦੇ ਵਿੱਚ ਬਹੁਤ ਵਾਰ ਪੁੱਛਿਆ ਜਾ ਰਿਹਾ ਕਿ ਲਤੀਨਾ ਬਾਰੇ ਨਹੀਂ ਸਾਨੂੰ ਕੋਈ ਦੱਸ ਰਿਹਾ। ਦੇਖੋ, ਲਤੀਨਾ ਦੇ ਵਿੱਚ ਜਿਹੜੇ ਪੇਪਰ ਸਾਨਾਤੋਰੀਆ ਦੇ ਆ 3603 ਬੰਦੇ ਨੇ ਭਰੇ ਸੀਗੇ, ਜਿਨ੍ਹਾਂ ਦੇ ਵਿੱਚੋਂ 1700 ਬੰਦੇ ਨੇ ਡੋਮੈਸਟਿਕ ਬੇਸ 'ਤੇ ਭਰਿਆ ਸੀ ਅਤੇ 1897 ਬੰਦਿਆਂ ਨੇ ਭਰੇ ਸੀਗੇ ਡਾਇਰੈਕਟ ਪੋਸਟ ਆਫਿਸ ਦੇ ਵਿੱਚ। ਅਤੇ ਤੁਸੀਂ ਯਕੀਨ ਨਹੀਂ ਕਰਨਾ, ਲਤੀਨਾ ਦੇ ਵਿੱਚ 399 ਬੰਦੇ ਜਿਹੜੇ ਡੋਮੈਸਟਿਕ ਬੇਸ ਸੀਗੇ, ਇਹਨਾਂ ਨੂੰ ਸਜੋਰਨਾਂ ਮਿਲ ਗਈਆਂ। 627 ਬੰਦਿਆਂ ਦੇ ਫਾਈਲਾਂ ਖੁੱਲ੍ਹੀਆਂ ਹੋਈਆਂ ਜਿਨ੍ਹਾਂ ਨੂੰ ਬੁਲਾਇਆ ਜਾ ਸਕਦਾ ਵੀ ਤੁਸੀਂ ਆਓ ਆਪਣੇ ਪੇਪਰ ਲੈ ਕੇ। 12 ਬੰਦਿਆਂ ਨੇ ਆਪਣੀ ਮਰਜ਼ੀ ਦੇ ਨਾਲ ਸਜੋਰਨ ਲੈਣ ਤੋਂ ਮਨਾ ਕਰਤਾ। ਅਤੇ ਜੇ ਅਸੀਂ ਡਾਇਰੈਕਟ ਬੰਦਿਆਂ ਦੀ ਗੱਲ ਕਰੀਏ ਜਿਨ੍ਹਾਂ ਨੇ ਡਾਇਰੈਕਟ ਪੇਪਰ ਜਮ੍ਹਾਂ ਕਰਾਏ ਸੀ, ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਲਤੀਨਾ ਦੇ ਵਿੱਚ 493 ਬੰਦਿਆਂ ਨੂੰ ਪੋਸਟ ਆਫਿਸ ਵਿੱਚ ਜਿਨ੍ਹਾਂ ਨੇ ਜਾ ਕੇ ਡਾਇਰੈਕਟ ਪੇਪਰ ਜਮ੍ਹਾਂ ਕਰਾਏ ਸੀ, ਪੇਪਰ ਸਜੋਰਨਾਂ ਮਿਲ ਗਈਆਂ ਨੇ। 733 ਬੰਦਿਆਂ ਦੀ ਹੁਣ ਇਸ ਟਾਈਮ ਫਾਈਲਾਂ ਚੈੱਕ ਹੋ ਰਹੀਆਂ ਨੇ। ਇੱਕ ਬੰਦੇ ਨੂੰ ਰਿਜੈਕਟ ਕੀਤਾ ਅਤੇ 4 ਨੇ ਆਪ ਮਨਾ ਕੀਤਾ ਕਿ ਸਾਨੂੰ ਜਿਹੜੀ ਸਜੋਰਨ ਆ ਇਹ ਨਹੀਂ ਚਾਹੀਦੀ। ਵਾਪਸ ਆਉਂਦੇ ਜੀ ਇਟਲੀ ਦੀਆਂ ਖਬਰਾਂ ਵੱਲ। ਫਿਰ ਆਪਾਂ ਚਲਾਂਗੇ ਜੀ ਬਾਰੀ ਵੱਲ। ਪਹਿਲਾਂ ਦੇਖਦੇ ਹਾਂ, ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਇਲੈਕਟ੍ਰੋਨਿਕ ਜਿਹੜੀ ਸਾਈਕਲ ਆ, ਕਿਸ ਹਿਸਾਬ ਦੇ ਨਾਲ ਤੁਹਾਨੂੰ ਜੁਰਮਾਨਾ ਹੋ ਸਕਦਾ, ਤੁਸੀਂ ਕਿਸ ਹਿਸਾਬ ਦੇ ਨਾਲ ਉਹ ਤੋਂ ਮੰਗ ਬਚ ਸਕਦੇ ਆ। ਪਰ ਸਭ ਤੋਂ ਪਹਿਲਾਂ ਦੇਖਦੇ ਹਾਂ
ਅਗਰ ਗੱਲ ਬਾਰੀ ਦੀ ਕੀਤੀ ਜਾਵੇ ਤਾਂ ਬਾਰੀ ਦੇ ਜਿਹੜੇ ਸਰਪੰਚ ਨੇ ਜਿੰਨੇ ਵੀ ਸਾਰਿਆਂ ਨੇ ਰਲ ਕੇ ਏਕਾ ਕੀਤਾ ਤੇ ਉਹ ਕਹਿ ਰਹੇ ਨੇ ਕਿ ਬਾਰੀ ਨੂੰ ਬੰਦ ਕੀਤਾ ਜਾਵੇ। ਜਿਹੜਾ ਅਸਪੌਰ ਤੋਂ ਆ 6 ਵਜੇ ਤੋਂ ਬਾਅਦ ਆਰਡਰ ਕੋਈ ਵੀ ਲਿਆ ਨਾ ਜਾਵੇ ਬਾਰ ਰੈਸਟੋਰੈਂਟਾਂ ਦੇ ਵਿੱਚ, ਅਤੇ ਕਰਫਿਊ ਦਾ ਟਾਈਮ ਆ ਜਿਹੜਾ 7 ਵਜੇ ਕੀਤਾ ਜਾਵੇ। ਸਰਕਾਰ ਤੋਂ ਮੰਗ ਕੀਤੀ ਆ ਜੀ ਬਾਰੀ ਨੇ। ਲੋਕਡਾਊਨ ਇਟਲੀ ਦੇ ਵਿੱਚ ਲੱਗਦਾ ਇਹਦੇ ਬਹੁਤ ਸਾਰੇ ਨੁਕਸਾਨ ਵੀ ਆ, ਬਹੁਤ ਬੰਦਿਆਂ ਦਾ ਕੰਮ ਵੀ ਗਿਆ, ਪਰ ਇੱਕ ਪੋਜ਼ੀਟਿਵ ਚੀਜ਼ ਵੀ ਦੇਖਣ ਨੂੰ ਮਿਲ ਰਹੀ ਆ ਜੀ ਇਸ ਕੋਵਿਡ ਦੇ ਟਾਈਮ ਦੇ ਵਿੱਚ, ਲੋਕਡਾਊਨ ਦੇ ਟਾਈਮ ਦੇ ਵਿੱਚ। ਉਹ ਕੀ ਆ ਜੀ, ਤਕਰੀਬਨ ਜਿਹੜੇ ਚੋਰੀ ਕਰਨ ਵਾਲੇ ਬੰਦਿਆਂ ਦੀ ਗਿਣਤੀ 40% ਤੱਕ ਘੱਟ ਗਈ ਹੈ। ਇਟਲੀ ਦੇ ਵਿੱਚ ਵਾਰਦਾਤਾਂ 40% ਘੱਟ ਗਈਆਂ। ਐਗਜ਼ੈਕਟ ਗਿਣਤੀ ਹੈ ਜੀ 39.8% ਇਟਲੀ ਦੇ ਵਿੱਚ ਹੁਣ ਚੋਰੀਆਂ ਘੱਟ ਗਈਆਂ ਨੇ, ਕਿਉਂਕਿ ਬੰਦਿਆਂ ਨੂੰ ਬਾਹਰ ਨਿਕਲਣ ਦਾ ਟਾਈਮ ਹੀ ਨਹੀਂ ਹੈਗਾ। ਬੰਦੇ ਘਰੋਂ ਬਾਹਰ ਜਾਣ ਤਾਂ ਚੋਰ ਘਰਾਂ ਦੇ ਵਿੱਚ ਆਉਣ, ਇਸ ਕਰਕੇ ਚੋਰੀਆਂ ਘੱਟ ਗਈਆਂ ਨੇ। ਪਰ ਜਿੱਥੇ ਬਾਰੀ ਨੇ ਇੱਕ ਪਾਸੇ ਮੰਗ ਕੀਤੀ ਹੈ ਸਰਕਾਰ ਦੇ ਕੋਲ ਕਿ ਕਰਫਿਊ 7 ਵਜੇ ਕਰ ਦਿਓ, ਜਿਹੜੀਆਂ 12 ਰੈਸਟੋਰੈਂਟਾਂ ਨੇ ਇਹਨਾਂ ਦਾ ਵੀ ਜਿਹੜਾ ਟਾਈਮ ਆ ਘਟਾ ਦਿੱਤਾ ਜਾਵੇ, ਅਸਪੌਰ ਤੋਂ ਦਾ ਸਮਾਨ ਤਿਆਰ ਕਰਵਾ ਕੇ ਵਾਪਸ ਆਉਣਾ, ਇਹਨੂੰ ਵੀ ਕਹਿੰਦੇ 6 ਵਜੇ ਬੰਦ ਕਰ ਦਿੱਤਾ ਜਾਵੇ। ਤਾਂ ਇਹਦੇ ਵਿੱਚ ਕੀ ਹੈ ਜੀ, ਇਹਦੇ ਵਿੱਚ ਗੱਲ ਇਹ ਆ ਕਿ ਸਰਕਾਰ ਅੱਜ ਮੀਟਿੰਗ ਇੱਕ ਵਾਰ ਫਿਰ ਕਰ ਰਹੀ ਹੈ। 5 ਵਜੇ ਮੀਟਿੰਗ ਸ਼ੁਰੂ ਹੋ ਗਈ ਹੈ ਅਤੇ 6:30 ਦਾ ਟਾਈਮ ਹੋ ਚੁੱਕਾ। ਫਿਲਹਾਲ ਇਸ ਟਾਈਮ ਦਾ ਕੋਈ ਵੀ ਇਹਨਾਂ ਦਾ ਅਪਡੇਟ ਨਹੀਂ ਆਇਆ। ਸ਼ਾਇਦ ਅਸੀਂ ਸਾਨੂੰ ਸ਼ਾਮ ਨੂੰ ਅਪਡੇਟ ਦੇਵਾਂਗੇ ਇੱਕ ਛੋਟੇ ਜਿਹੇ ਵੀਡੀਓ ਦੇ ਨਾਲ ਕਿ ਸਰਕਾਰ ਨੇ ਫੈਸਲਾ ਕੀ ਲਿਆ, ਨਹੀਂ ਤਾਂ ਕੱਲ੍ਹ ਨੂੰ ਸਾਡਾ ਅਪਡੇਟ ਆਊਗਾ ਅਤੇ ਉਹਦੇ ਵਿੱਚ ਪਤਾ ਲੱਗਣਾ ਜੀ ਕਿੱਥੇ ਕਿੱਥੇ ਲੋਕਡਾਊਨ ਲੱਗ ਜਾਣਾ, ਪੂਰਾ ਇਟਲੀ ਲੋਕਡਾਊਨ ਲੱਗਣਾ, ਸ਼ਨੀ ਐਤਵਾਰ ਨੂੰ ਲੋਕਡਾਊਨ ਲੱਗਿਆ ਕਰਨਾ ਜਾਂ ਫਿਰ ਨਹੀਂ ਲੱਗਿਆ ਕਰਨਾ। ਸਿਚੀਲੀਆ ਦੇ ਵਿੱਚ ਇੱਕ ਬਹੁਤ ਵੱਡਾ ਅਪਡੇਟ ਆ ਜੀ। ਪਿੰਡ ਦਾ ਨਾਮ ਆ ਜੀ ਸ਼ਾਕਾ ਪਿੰਡ ਦੇ ਵਿੱਚ ਇੱਕ ਔਰਤ ਸੀ ਜੋ ਕਿ ਪਾਰੂਕੀਰਾ ਦਾ ਕੰਮ ਕਰਦੀ, ਹੇਅਰ ਕਟਿੰਗ ਦਾ ਕੰਮ ਕਰਦੀ ਸੀ। ਕੋਵਿਡ ਦੇ ਕਾਰਨ ਉਹਨੂੰ ਆਪਣੀ ਦੁਕਾਨ ਬੰਦ ਕਰਨੀ ਪਈ। ਜਿਨ੍ਹਾਂ ਦੇ ਵਾਲ ਲੰਬੇ ਹੁੰਦੇ ਆ, ਵਾਲ ਤਾਂ ਹੁਣ ਲੰਬੇ ਹੋਣੇ ਹੀ ਆ ਬੰਦਿਆਂ ਦੇ, ਉਹਨਾਂ ਦੇ ਥੋੜ੍ਹੀ ਕੋਈ ਲੋਕਡਾਊਨ ਹੁੰਦਾ, ਉਹਨਾਂ ਨੇ ਤਾਂ ਵਾਲ ਕਟਵਾਉਣੇ ਆ, ਸਪੈਸ਼ਲੀ ਜਿਹੜੇ ਪਾਰੂਕੀਰੇ ਤੋਂ ਹੀ ਕਟਵਾਉਂਦੇ ਸੀ। ਅਤੇ ਇਸ ਔਰਤ ਦੇ ਨਾਲ ਇਹਦੇ ਕਲਾਇੰਟਾਂ ਨੇ ਕੰਟੈਕਟ ਕੀਤਾ ਵੀ ਦੁਕਾਨ ਤੇਰੀ ਬੰਦ ਆ, ਤੂੰ ਘਰ ਆ ਕੇ ਕੱਟ ਜਾ। ਇਹ ਘਰ ਆ ਕੇ ਲੋਕਾਂ ਦੇ ਵਾਲ ਕੱਟਦੀ ਰਹੀ। ਇਹ ਸੀਗੀ ਪੋਜ਼ੀਟਿਵ, ਇਹਨੂੰ ਕੀਤਾ ਗਿਆ ਸੀ ਕੁਆਰੰਟਾਈਨ। ਇਹਨੇ ਨਹੀਂ ਮੰਨਿਆ ਜੀ ਕਿਸੇ ਨੂੰ, ਅਤੇ ਜਿੰਨੇ ਵੀ ਇਹਦੇ ਕਲਾਇੰਟ ਸੀ ਇਹਨੇ ਸਾਰਿਆਂ ਨੂੰ ਰੰਗਤਾ। ਅਤੇ ਹੁਣ ਜਿੱਦਣ ਪੁਲਿਸ ਨੇ ਇਹਨੂੰ ਫੜਿਆ ਉਸ ਤੋਂ ਬਾਅਦ ਸਾਰੇ ਹੁਣ ਦੇਖ ਰਹੇ ਜੀ, ਕਿਉਂਕਿ ਹਰ ਰੋਜ਼ ਇਹ ਵਾਲ ਕੱਟਣ ਜਾਂਦੀ ਸੀ ਘਰਾਂ ਦੇ ਵਿੱਚ। ਹੋਮ ਡਿਲੀਵਰੀ ਵਾਲਾ ਕੰਮ ਕਰ ਰਹੇ ਸੀ, ਘਰ ਜਾ ਕੇ ਹੀ ਬੰਦਿਆਂ ਦੇ ਵਾਲ ਕੱਟਣੇ। ਜਿੰਨੇ ਵੀ ਕਲਾਇੰਟਾਂ ਨੂੰ ਹੁਣ ਰੰਗਿਆ ਇਹਨੇ ਸਾਰਿਆਂ ਦੇ ਕੁਆਰੰਟਾਈਨ, ਸਾਰਿਆਂ ਦੇ ਟੈਸਟ, ਅਤੇ ਜਿਹੜੇ ਉਹ ਵੀ ਜਿਹਨੇ ਅੱਗੇ ਕਿਸੇ ਨੂੰ ਮਿਲਦੇ ਸੀ ਸਾਰਿਆਂ ਦੇ ਹੁਣ ਟੈਸਟ ਹੋਣੇ ਆ ਜੀ। ਇੱਕ ਨੇ ਸਾਰਿਆਂ ਨੂੰ ਹੀ ਚੱਕਰਾਂ ਦੇ ਵਿੱਚ ਪਾ ਦਿੱਤਾ ਜੀ। ਫਾਈਜ਼ਰ ਅਤੇ ਮੋਡਰਨਾ ਜਿਹੜੀ ਉਹ ਕਹਿ ਰਹੇ ਨੇ ਕਿ ਸਾਡੀਆਂ ਵੈਕਸੀਨਾਂ ਜਿੰਨੇ ਵੀ ਬੰਦਿਆਂ ਦੇ ਲੱਗਦੀਆਂ ਅਤੇ 100 ਪਿੱਛੇ ਸਿਰਫ 2 ਬੰਦਿਆਂ ਨੂੰ ਹੀ ਕਿਸੇ ਨਾ ਕਿਸੇ ਪ੍ਰਕਾਰ ਦਾ ਰਿਐਕਸ਼ਨ ਹੁੰਦਾ, ਨਹੀਂ ਤਾਂ ਬਾਕੀ ਜਿਹੜੇ ਬੰਦੇ ਆ ਨਾ ਉਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਰਿਐਕਸ਼ਨ ਨਹੀਂ ਹੁੰਦਾ। ਅਤੇ ਗ੍ਰੀਸ ਦੇ ਵਿੱਚ ਸਟ੍ਰੈਟਜੀ ਜਿਹੜੀ ਅਸੀਂ ਤੁਹਾਨੂੰ ਦੱਸਿਆ ਸੀ, ਉਹ ਕਹਿ ਰਹੇ ਨੇ ਕਿ ਜਿੰਨੇ ਵੀ ਟੂਰਿਸਟ ਆ ਸਾਰਿਆਂ ਦੇ ਤੰਪੋਨੇ ਅਤੇ ਸਾਰਿਆਂ ਦੇ ਵੈਕਸੀਨ ਲੱਗੂਗੀ। ਬਾਰੀ ਦੀ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ, ਬਾਰੀ ਸਰਕਾਰ ਤੋਂ ਮੰਗ ਕਰ ਰਿਹਾ ਕਿ 7 ਵਜੇ ਕਰਫਿਊ ਲਾਓ, 6 ਵਜੇ ਕਿਸੇ ਵੀ ਤਰ੍ਹਾਂ ਦਾ ਆਰਡਰ ਨਾ ਲਿਆ ਜਾਵੇ, ਅਤੇ ਸਰਕਾਰ ਵੀ ਅੱਜ ਇਹੀ ਫੈਸਲਾ ਕਰ ਰਹੀ ਹੈ। ਪਰ ਜੇ ਇੱਦਾਂ ਦੀ ਕੋਈ ਗੱਲਬਾਤ ਹੋ ਜਾਂਦੀ ਹੈ, ਪੂਰੀ ਇਟਲੀ ਦੇ ਵਿੱਚ ਪ੍ਰੋਬਲਮ ਪੈ ਸਕਦੀ ਹੈ। ਜਿੱਥੇ ਇੱਕ ਪਾਸੇ ਬਾਰੀ ਦਾ ਸਰਪੰਚ ਕਹਿ ਰਿਹਾ ਕਿ ਇਹ ਕੰਮ ਕੀਤਾ ਜਾਵੇ, ਕਰਫਿਊ ਟਾਈਮ ਘਟਾਓ, ਆਰਡਰ ਲੈਣ ਦਾ ਟਾਈਮ ਘਟਾਓ, ਉੱਥੇ ਲਿਗੂਰੀਆ ਦਾ ਜਿਹੜਾ ਗਵਰਨਰ ਆ ਉਹ ਕਹਿੰਦਾ ਨਾ, ਇਹ ਗੱਲ ਬਿਲਕੁਲ ਗਲਤ ਆ ਜੀ, ਸਾਨੂੰ ਇੱਦਾਂ ਦਾ ਕੋਈ ਨਹੀਂ ਚਾਹੀਦਾ, ਜੋ ਕੰਮ ਚੱਲ ਰਿਹਾ ਉਹਨੂੰ ਉੱਦਾਂ ਹੀ ਚੱਲਣ ਦਿਓ। ਲਿਗੂਰੀਆ ਦਾ ਜਿਹੜਾ ਗਵਰਨਰ ਆ ਇਸ ਗੱਲ ਦੇ ਖਿਲਾਫ ਆ ਕਿ ਲੋਕਡਾਊਨ ਨਹੀਂ ਲੱਗਣਾ ਚਾਹੀਦਾ। ਹੁਣ ਵੱਧਦੇ ਆ ਜੀ ਮੇਨ ਖਬਰ ਵੱਲ। ਸਾਈਕਲ ਜਿਹੜੀ ਇਲੈਕਟ੍ਰੋਨਿਕ ਸਾਈਕਲ ਹੁੰਦੀ ਹੈ, ਇਹਦੇ ਨਾਲ ਕਿੱਦਾਂ ਜੁਰਮਾਨੇ 8-8 ਹਜ਼ਾਰ ਤੱਕ ਹੋ ਸਕਦੇ। ਪਹਿਲਾਂ ਵੱਧਦੇ ਆ ਜੀ ਜੁਰਮਾਨਾ ਹੋਇਆ ਕਿੱਥੇ ਆ। ਜਿਸ ਬੰਦੇ ਨੂੰ ਜੁਰਮਾਨਾ ਹੋਇਆ ਉਹਨੂੰ ਜੁਰਮਾਨਾ ਹੋਇਆ 5800 ਉਹਦਾ ਪਿੰਡ ਸੀ ਅਗਰੀਜੈਂਤੋ ਦੇ ਵਿੱਚ ਬੰਦਾ ਹੀ 18 ਸਾਲ ਤੋਂ ਉਮਰੋਂ ਜ਼ਿਆਦਾ ਹੀ। ਜੁਰਮਾਨਾ ਉਹਨੂੰ ਹੋਇਆ, ਰੋਕਿਆ ਪੁਲਿਸ ਨੇ, ਨਾ ਉਹਦੇ ਕੋਲ ਕਾਸਕੋ, ਨਾ ਉਹਦੇ ਕੋਲ ਹੈਲਮਟ ਸੀਗਾ, ਨਾ ਉਹਦੀ ਇੰਸ਼ੋਰੈਂਸ ਸੀ, ਨਾ ਉਹਦੇ ਨੰਬਰ ਪਲੇਟ ਸੀ, ਅਤੇ ਨਾ ਹੀ ਉਹਦੇ ਸ਼ੀਸ਼ਾ ਲੱਗਿਆ ਸੀਗਾ। ਇਹ ਸਭ ਚੀਜ਼ਾਂ ਨਾ ਹੋਣ ਦੇ ਕਾਰਨ ਪੁਲਿਸ ਵਾਲਿਆਂ ਨੇ ਉਹਨੂੰ 5800 ਦਾ ਜੁਰਮਾਨਾ ਦਿੱਤਾ। ਜਿਹੜੀ ਉਹਦੀ ਸਾਈਕਲ ਆ ਉਹ ਵੀ ਜ਼ਬਤ ਕਰ ਲਈ, ਅਤੇ ਜੇ ਸਾਈਕਲ ਉਹ ਛਡਾਉਣ ਨਾ ਗਿਆ ਤਾਂ ਹਰ ਰੋਜ਼ 3 ਰੁਪਈਏ ਉਹਦੇ ਸਿਰ ਪਈ ਜਾਣੇ ਆ, ਜਿਸ ਦਿਨ ਤੱਕ ਉਹਦੀ ਜ਼ਬਤ ਕੀਤੀ ਗਈ ਹੈ ਸਾਈਕਲ। ਉਹ ਕਹਿ ਰਹੇ ਨੇ ਕਿ ਤੇਰਾ ਜਿਹੜਾ ਜੁਰਮਾਨਾ ਅਸੀਂ ਤੇਰੇ ਨਾਲ ਚੰਗੇ ਰਹੇ ਹਾਂ, 5800 ਦਾ ਜੁਰਮਾਨਾ ਕੀਤਾ, ਪਰ ਇਹ 8000 ਯੂਰੋ ਤੱਕ ਵੀ ਜਾ ਸਕਦਾ ਆ ਜੇਕਰ ਕੋਈ ਹੋਰ ਚੀਜ਼ ਵਿੱਚ ਨਾ ਹੁੰਦੀ।
ਤੇ ਹੁਣ ਜਿੰਨੇ ਵੀ ਬੰਦਿਆਂ ਕੋਲ ਇਲੈਕਟ੍ਰੋਨਿਕ ਬਿਜਲੀ ਵਾਲੀਆਂ ਜਿਹੜੀ ਇਹ ਸਾਈਕਲ ਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ, ਉਹਨਾਂ ਨੂੰ ਸਾਰਿਆਂ ਨੂੰ ਜੁਰਮਾਨਾ ਹੋ ਸਕਦਾ, ਹਾਂਜੀ ਹੋ ਸਕਦਾ, ਪਰ ਇਹਦਾ ਬਚਾਅ ਵੀ ਹੈਗਾ ਆ। ਦੇਖੋ ਜੀ, ਇਹਦਾ ਬਚਾਅ ਇਹ ਆ ਕਿ ਜਿਸ ਟਾਈਮ ਉਹ ਆਪਣੇ ਫੈਕਟਰੀਆਂ ਦੇ ਵਿੱਚੋਂ ਇਹ ਸਾਈਕਲ ਬਣ ਕੇ ਬਾਹਰ ਨਿਕਲਦੀ ਹੈ, ਉਸ ਟਾਈਮ ਤੱਕ ਇਹ ਕਾਨੂੰਨੀ ਦੌਰੇ ਦੇ ਵਿੱਚ ਹੁੰਦੀ ਹੈ। ਇਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਜੁਰਮਾਨਾ ਨਹੀਂ ਹੋ ਸਕਦਾ। ਪਰ ਇਹਦੇ ਵਿੱਚ 2 ਆਪਸ਼ਨ ਨੇ। ਇੱਕ, ਜਿਹੜੀ ਇਲੈਕਟ੍ਰੋਨਿਕ ਸਾਈਕਲ ਆ ਵੱਧ ਤੋਂ ਵੱਧ 25 ਕਿਲੋਮੀਟਰ ਪ੍ਰਤੀ ਘੰਟਾ ਚੱਲ ਸਕਦੀ ਆ, ਉਹਦੇ ਲਈ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਲੈਣ ਦੀ ਲੋੜ ਨਹੀਂ, ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਲਾਇਸੈਂਸ ਕਰਨ ਦੀ ਲੋੜ ਨਹੀਂ, ਪਤੰਤੀਨੋ ਦੀ ਲੋੜ ਨਹੀਂ, ਇੰਸ਼ੋਰੈਂਸ ਦੀ ਲੋੜ ਨਹੀਂ, ਹੈਲਮਟ ਪਾਉਣ ਦੀ, ਚਲੋ ਹੈਲਮਟ ਤਾਂ ਆਪਣੀ ਸਿਕਿਉਰਿਟੀ ਦੇ ਲਈ ਆ, ਇੱਦਾਂ ਦੀ ਜਾਂ ਤਾਰਗੇ ਨੰਬਰ ਪਲੇਟ ਦੀ ਲੋੜ ਨਹੀਂ ਹੈਗੀ। ਪਰ ਜਿਨ੍ਹਾਂ ਬਿਜਲੀ ਵਾਲੀਆਂ ਸਾਈਕਲਾਂ ਦੀ ਸਪੀਡ 25 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਚੱਲ ਜਾਂਦੀ ਆ, ਉਹ ਇੱਕ ਕਿਸਮ ਨਾਲ ਸਕੂਟਰੀਆਂ ਜਾਂ ਮੋਪਡ ਉਹਨਾਂ ਨੂੰ ਅਸੀਂ ਕਹਿ ਸਕਦੇ ਹਾਂ, ਅਤੇ ਉਹਨਾਂ ਦੇ ਲਈ ਇਹਨਾਂ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਆ। ਅਤੇ ਇੱਕ ਹੋਰ ਗੱਲ ਆ ਜੀ, ਜਿਸ ਟਾਈਮ ਤੁਸੀਂ ਕਿਸੇ ਹੋਰ ਕੋਲੋਂ ਸੈਕਿੰਡ ਹੈਂਡ ਸਾਈਕਲ ਖਰੀਦਦੇ ਹੋ, ਜਿਹੜੀ ਸਾਈਕਲ ਇਲੈਕਟ੍ਰੋਨਿਕ ਹੁੰਦੀ ਹੈ, ਜੇਕਰ ਉਹਨੂੰ ਮੋਡੀਫਾਈ ਕਰਾਇਆ ਹੋਵੇ, ਉਹਦਾ ਇੰਜਨ ਚੇਂਜ ਕਰਾਇਆ ਹੋਵੇ, ਜਿਹਦੇ ਨਾਲ ਤੁਹਾਨੂੰ ਪੈਡਲ ਘੱਟ ਮਾਰਨੇ ਪੈਣ ਅਤੇ ਉਹ ਆਪ ਹੀ ਤੁਰੀ ਜਾਵੇ ਇਲੈਕਟ੍ਰੋਨਿਕ, ਤਾਂ ਫਿਰ ਉਹ ਸਾਈਕਲ ਨਹੀਂ ਰਹਿੰਦੀ। ਇਲੈਕਟ੍ਰੋਨਿਕ ਵਾਲੀ ਸਾਈਕਲ ਉਸ ਵੇਲੇ ਤੱਕ ਸਾਈਕਲ ਆ ਜਿੰਨਾ ਟਾਈਮ ਤੁਸੀਂ ਉਹਦਾ ਪੈਡਲ ਮਾਰਦੇ ਆ, ਅਤੇ ਜਦੋਂ ਉਹ ਆਪ ਹੀ ਆਪਣੀ ਮਰਜ਼ੀ ਨਾਲ ਤੁਰਦੀ ਆ ਨਾ, ਤਾਂ ਫਿਰ ਉਹ ਤੁਹਾਨੂੰ 5 ਤੋਂ 8 ਹਜ਼ਾਰ ਜੁਰਮਾਨੇ ਤੱਕ ਲੈ ਕੇ ਪਹੁੰਚ ਸਕਦੀ ਆ। ਇਹ ਸੀ ਅੱਜ ਦੀਆਂ ਖਾਸ ਖਬਰਾਂ। ਮਿਲਾਂਗੇ ਨੈਕਸਟ ਅਪਡੇਟ ਦੇ ਵਿੱਚ। ਉਨਾ ਟਾਈਮ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਜੀ। ਤੁਸੀਂ ਸੁਣ ਰਹੇ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। APSA ਦਫ਼ਤਰ ਕਰਮੋਨੇ ਦੇ ਵਿੱਚ ਜਿਹੜਾ ਖੁੱਲ੍ਹਿਆ, ਉਹਨਾਂ ਦੇ ਨਾਲ ਕੰਟੈਕਟ ਜ਼ਰੂਰ ਕਰੋ। ਕਿਸੇ ਵੀ ਤਰ੍ਹਾਂ ਦੀ ਸੇਵਾ ਕਰਵਾਉਣ ਦੇ ਲਈ, ਚਾਹੇ ਇਮੀਗ੍ਰੇਸ਼ਨ ਦਾ ਕੰਮ ਹੋਵੇ, ਸੈਤੇ ਤਰੰਤਾ ਈਜ਼ੇ ਹੋਣ, ਤਾਂ 393 280 2880 ਦੇ ਉੱਤੇ ਕਾਲ ਕਰੋ। ਅਤੇ ਜੇਕਰ ਤੁਸੀਂ ਫਲਾਈਟ ਬੁੱਕ ਕਰਵਾਉਣੀ ਹੈ, ਕੋਈ ਵੀ ਟਿਕਟ ਲੈਣੀ ਹੈ, ਤਾਂ ਸਰਦਾਰੀ ਟਰੈਵਲਸ ਉਹਨਾਂ ਦੇ ਨਾਲ ਕੰਟੈਕਟ ਕਰੋ ਜੀ। 347 1560 734। ਜਾਂ ਉਸ ਤੋਂ ਬਾਅਦ ਵੱਧਦੇ ਹਾਂ ਜੀ ਅਗਲੇ ਖਬਰ ਵੱਲ।